term of an AP is 24 हाँ जी and the sum of 6th and 10th term is 44. Find first three फोर्थ ते 8 terms टर्म of ਦਾ AP. ਸਮ ਬੋਲੇ ਬੇਟਾ ਕਿੰਨਾ 4th ਤੇ 8th term the sum sir 24 ਆ 24 ਹੈ ਠੀਕ ਹੈ ਤਾਂ ਉਹ ਮੈਂ ਤੁਹਾਨੂੰ ਕੱਲ ਕਿਹਾ ਸੀ ਕਿ ਟਰਮ ਨੂੰ ਆਪਾਂ ਕਿਵੇਂ ਡਿਨੋਟ ਕਰ ਦਿੰਦੇ ਆ a ਦੇ ਪੈਰ 'ਚ ਆਪਾਂ ਲਿਖ ਦੇਣਾ ਜਿਵੇਂ a4 ਨਾ ਆਪਾਂ ਕਿਹਾ ਸਮ ਆਫ ਦਾ 4th ਟਰਮ ਐਂਡ ਸਮ ਆਫ ਦਾ 8th ਟਰਮ 4th ਤੇ 8 ਨੂੰ ਆਪਾਂ ਐਡ ਕਰਾਂਗੇ ਤਾਂ 24 ਆ ਰਿਹਾ ਸਮ ਆਫ ਦਾ 6th ਟਰਮ ਐਂਡ 10th ਟਰਮ ਆਫ ਦਾ AP is 24 ਤਾਂ ਅਕੋਰਡਿੰਗ ਟੂ ਜਿਵੇਂ ਆਪਾਂ ਨੂੰ ਕੁਐਸਚਨ ਕਿਹਾ ਮੈਂ ਉਸ ਅਕੋਰਡਿੰਗ ਲਿਖਤਾ ਦੇਖੋ ਹੁਣ ਇਹਨੂੰ ਐਕਸਪੈਂਡ ਕਰ ਲੈਣਾ ਆਪਾਂ ਤਾਂ 4th ਟਰਮ ਨੂੰ ਆਪਾਂ ਕਿਵੇਂ ਖੋਲਾਂਗੇ nth term according formula according a plus 3d sir a plus 3 plus 8th term is a plus 7d equal to 24 ਤਾਂ a ਵਿੱਚ a ਐਡ ਹੋ ਜਾਏਗਾ 2a plus 10d equal to 24 this is equation number 1 second equation ਨੂੰ expand ਕਰ ਦਾਂਗੇ ਆਪਾਂ 6th term ਨੂੰ ਲਿਖਾਂਗੇ a plus 5d 10th term is a plus 9d equal to 44 from this we get equation 2a plus 14d is equal to 44 this is equation number 2 ठीक है दो क्वेश्चन बन गए तो बाद ਤੁਹਾਨੂੰ ਪਤਾ ਹੀ ਕਿਵੇਂ ਕਰਨਾ ਵਾ ਹਾਂਜੀ ਸਰ ਇਹ ਦੋ ਅੱਗੇ ਤਾਂ ਸਰ ਸੋਲਵ ਕਰ ਲਾਂਗੇ ਇਕੁਏਸ਼ਨਸ ਦਾ ਨਹੀਂ ਪਤਾ ਸੀ ਉਦੋਂ ਅੱਗੇ ਕਿਵੇਂ ਸੋਲਵ ਕਰਨਾ ठीक है बेटा चलो ਅੱਗੇ ਬੋਲੋ ਪਤਾ ਨੈਕਸਟ ਪ੍ਰੋਬਲਮਸ ਸਰ ਇੱਕ 17th ਸਮ ਸੀ ਉਹਦੇ ਵਿੱਚ ਸਰ 20th ਟਰਮ ਆਪਾਂ ਫਾਈਂਡ ਕਰਨੀ ਸੀ ਐਂਡ ਤੋਂ ਹਾਂਜੀ ਸਰ ਮੇਰਾ ਵੈਸੇ n ਹਾਂਜੀ ਸਰ n ਮੇਰੀ ਸਹੀ ਨਿਕਲੀ ਸੀ ਬਟ ਜਿਹੜੀ 20th ਟਰਮ ਐਂਡ ਤੋਂ ਸਹੀ ਕੱਢਣੀ ਸੀ ਉਹ ਨਹੀਂ ਸਹੀ ਨਿਕਲ AP ਰਹੀ ਬੋਲੋ ਬੇਟਾ ਕੀ ਹੈ AP ਬੋਲੋ ਸ਼ੁਰੂ ਤੋਂ ਕੀ ਆ ਸਰ 3 ਹਾਂਜੀ 18 ਸੌਰੀ 18 ਨਹੀਂ 8 3 8 13 ਹਾਂਜੀ ਸਰ ਫਿਰ ਲਾਸਟ ਟਰਮ 253 253 ਹਾਂ ਬੇਟਾ AP ਆਪਾਂ ਨੂੰ ਗਿਵਨ ਇਸ ਤਰ੍ਹਾਂ ਦੀ ਤਾਂ ਆਪਾਂ ਨੂੰ ਜੇ ਤਾਂ 20 ਟਰਮ ਕਹਿ ਦਿੰਦੇ ਆ ਨਾ ਸਿੰਪਲੀ ਫਿਰ ਤਾਂ ਆਪਾਂ ਨੂੰ ਈਜ਼ੀ ਸੀ ਆਪਣੇ ਵਾਸਤੇ ਕਿ 20 ਟਰਮ ਦਾ ਫਾਰਮੂਲਾ ਸਿੱਧਾ ਲੱਗ ਜਾਣਾ ਸੀ a + 19d ਹੈ ਨਾ a ਤੇ d ਆਪਾਂ ਨੂੰ ਇਕੁਏਸ਼ਨ ਤੋਂ ਹੀ ਪਤਾ ਲੱਗ ਰਹੇ ਆ a is 3 and d is common difference is 5 ਹੈ ਨਾ ਤਾਂ 20 ਟਰਮ ਆਪਾਂ ਨੂੰ ਪਤਾ ਲੱਗਣੀ ਸੀਗੀ is a + 19d ਉਹ ਤਾਂ ਈਜ਼ੀ ਸੀ ਆਪਣੇ ਵਾਸਤੇ ਪਰ ਹੁਣ ਕੁਐਸਚਨ ਕੀ ਪੁੱਛਿਆ ਇਹਨਾਂ ਨੇ ਇਸ ਤਰ੍ਹਾਂ ਨਹੀਂ ਪੁੱਛਿਆ ਕਹਿੰਦੇ find 20th term from last मतलब आप बैक साइड तो गिनती करिए ठीक है जे आप बैक साइड तो गिनती करिए तो जी बैक साइड तो 20वीं टर्म होएगी वो कढ़नी है आप तो बैक साइड तो 20वीं टर्म कढ़ने सब तो पहला बेसिक आपको पता होना चाहिए नंबर ऑफ टर्म्स कि AP टर्मां कितनियां तो फिर आप अंदाजा ला लांगे कि पिछों 20वीं टर्म किहड़ी बनेगी तो सब तो पहला काम तो बेटा अपना इत्थे नंबर ऑफ टर्म्स कढ़न दा होएगा तो उसदे लई आपां nth टर्म फार्मूला यूज करांगे an equal to a plus n minus 1 into d according to this formula we have an अपन टर्म की वैल्यू पता लास्ट टर्म की बट ਉਹਦਾ सीक्वेंस नंबर नहीं पता तो ਉਹਨੂੰ ਆਪਾਂ n ਲੈਟ ਕਰ ਲੈਨੇ ਆ ਤੇ ਇਥੋਂ ਸੋਲਵ ਕਰਨ ਤੋਂ ਬਾਅਦ ਆਪਣੇ ਕੋਲ n ਆ ਜਾਏਗਾ ਇਹ ਆ ਜਾਏਗਾ 250 5 ਡਿਵਾਈਡ ਹੋ ਜਾਏਗਾ ਇੱਧਰ ਆ ਕੇ ਇਕੁਅਲ ਟੂ n minus 1 ਤੇ ਕੱਟਿਆ ਗਿਆ 550 ਤੇ 1 ਪਲੱਸ ਹੋ ਗਿਆ ਤਾਂ ਨੰਬਰ ਆਫ ਟਰਮਸ ਬੇਟਾ ਆਪਣੇ ਕੋਲ ਆ ਗਈਆਂ 51 ਤਾਂ ਇੱਕ ਤਾਂ ਚੀਜ਼ ਆਪਾਂ ਨੂੰ ਕਲੀਅਰ ਹੋ ਗਈ ਕਿ ਜਿਹੜੀਆਂ ਟੋਟਲ ਟਰਮਸ ਆ AP ਦੇ ਵਿੱਚ ਹਨਾ ਉਹ 51 ਟਰਮਸ ਆ ਬਟ ਆਪਾਂ ਫਾਈਂਡ ਕਰਨਾ ਹੁਣ 20th ਟਰਮ ਫਰੋਮ ਦਾ ਲਾਸਟ ਬੈਕ ਸਾਈਡ ਤੋਂ 20th ਟਰਮ ਕਿਹੜੀ ਹੋਏਗੀ ਤਾਂ ਹੁਣ ਬਹੁਤ ਬੱਚਿਆਂ ਨੂੰ ਲੱਗ ਸਕਦੀ ਹੈ ਕਿ 20 ਟਰਮ ਕੀ ਹੋਏਗੀ ਇਹ ਚ 20 ਮਾਈਨਸ ਕਰ ਲਓ ਜਿਹੜੀ 31st ਟਰਮ ਹੋਏਗੀ ਹਨਾ ਉਹ ਬੈਕ ਸਾਈਡ ਤੋਂ 20th ਟਰਮ ਹੋਏਗੀ ਪਰ ਇੱਥੇ ਇੱਕ ਬੱਚਾ ਗਲਤੀ ਕਰ ਲੈਣਾ ਤੁਸੀਂ ਪਤਾ ਆਪਾਂ ਥੋੜਾ ਸਿੰਪਲ ਲੈ ਕੇ ਚੱਲਦੇ ਆ ਮੰਨ ਲਓ 5 ਬੰਦੇ ਖੜੇ ਆ ठीक है 5 पर्सन आ कोई थोड़ा 10 रख लो चलो 1 2 3 4 आ 10 पर्सन एक लाइन च खड़े आ ठीक है तो जिवें मैं कहां कि दसो जेड़ा बैक साइड तो आप गिनती करिए तो 5th प्लेस ते कौन होएगा अगर आप बैक साइड तो गिनती करिए तो 5th प्लेस आप अगे तो गिनती करते हैं देखो ਜੇ ਆਪਾਂ ਬੈਕ ਸਾਈਡ ਤੋਂ 5th ਪਲੇਸ ਦੇਖਣੀ ਹੋਵੇ ਆ ਫਸਟ ਪਲੇਸ ਆ ਸੈਕੰਡ ਆ ਥਰਡ ਆ ਫੋਰਥ ਆ ਫਿਫਥ ਆ ਤਾਂ ਬੈਕ ਸਾਈਡ ਤੋਂ ਜਿਹੜਾ ਪਰਸਨ ਆ 5ਵੇਂ ਨੰਬਰ ਤੇ ਕਿਹੜਾ ਹੋਊਗਾ ਜਿਹੜਾ ਅੱਗੇੋਂ 6ਵੇਂ ਨੰਬਰ ਤੇ ਆ ਜਾਂ ਮੈਂ ਕਹਿਣਾ ਹੋਵੇ ਬੈਕ ਸਾਈਡ ਤੋਂ ਜਿਹੜਾ 7th ਨੰਬਰ ਤੇ ਉਹ ਕੌਣ ਹੋਊਗਾ ਬੈਕ ਸਾਈਡ ਤੋਂ 7th ਨੰਬਰ ਤੇ ਫਸਟ ਸੈਕੰਡ ਥਰਡ ਫੋਰਥ ਫਿਫਥ 6th 7th ਠੀਕ ਹੈ ਜਿਹੜਾ ਬੈਕ ਸਾਈਡ ਤੋਂ 7th ਤੇ ਆ ਉਹ ਮੂਰੋਂ 4th ਨੰਬਰ ਤੇ ਹੋਏਗਾ ਠੀਕ ਹੈ ਤਾਂ ਜੇ ਆਪਾਂ ਇਹਦਾ ਫਰੰਟ ਤੋਂ ਨੰਬਰ ਕੱਢਣਾ ਹੋਵੇ ਆਪਾਂ ਨੂੰ ਬੈਕ ਸਾਈਡ ਤੋਂ ਨੰਬਰ ਪਤਾ ਹੋਵੇ ਉਹਦਾ ਕਿੰਨਵੇਂ ਤੇ ਆ 7 ਤੇ ਆ ਤਾਂ ਅੱਗਿਓਂ ਕਿੰਨਵੇਂ ਨੰਬਰ ਤੇ ਹੋਏਗਾ ਤਾਂ ਉਹਦੇ ਲਈ ਥੋੜਾ ਦਿਮਾਗ ਰੱਖਣਾ ਯਾਰ ਕੀ ਯਾਰ ਮੈਂ ਇੱਕ ਚੀਜ਼ ਦੱਸਣ ਲੱਗਾ ਤੁਹਾਨੂੰ ਤੁਸੀਂ ਜਿੰਨੀਆਂ ਟੋਟਲ ਟਰਮਸ ਆ
ਉਹਦੇ ਵਿੱਚੋਂ ਬੈਕ ਸਾਈਡ ਤੋਂ ਜਿੰਨਾ ਨੰਬਰ ਆਪਾਂ ਮਾਈਨਸ ਕਰਨਾ ਵਾ ਦੇਖਣਾ ਵਾ, ਜਿਵੇਂ ਕਿਹਾ 7th ਨੰਬਰ ਦੇਖੋ ਕਿਹੜਾ ਬੈਕ ਸਾਈਡ ਤੋਂ, ਤੁਸੀਂ ਉਹ ਚੋਂ 7 ਮਾਈਨਸ ਕਰਕੇ ਉਹਦੇ ਵਿੱਚ 1 ਐਡ ਕਰ ਦੇਣਾ। ਠੀਕ ਹੈ, ਤਾਂ ਆਪਣੇ ਕੋਲ ਕਿੰਨਾ ਨੰਬਰ ਆ ਗਿਆ ਦੇਖੋ 3 + 1 4th ਨੰਬਰ ਆ ਗਿਆ। ਜਿਹੜਾ ਬੈਕ ਸਾਈਡ ਤੋਂ 7th ਹੋਏਗਾ ਉਹ ਫਰੰਟ ਤੋਂ ਕਿੰਨਵੇਂ ਨੰਬਰ ਤੇ ਹੋਏਗਾ, ਸਟਾਰਟਿੰਗ ਤੋਂ ਅਗਰ ਆਪਾਂ ਕਾਊਂਟ ਕਰਾਂਗੇ ਤਾਂ ਸਟਾਰਟਿੰਗ ਤੋਂ 4th ਪਲੇਸ ਤੇ ਹੋਏਗਾ। ਠੀਕ ਹੈ, ਤਾਂ ਮੈਥਡ ਕੀ ਆ ਕਿ ਜਿੰਨੀਆਂ ਟੋਟਲ ਟਰਮਸ ਆ, ਧਿਆਨ ਨਾਲ ਸੁਣੋ, ਜਿੰਨੀਆਂ ਟੋਟਲ ਟਰਮਸ ਆ ਉਹਦੇ ਵਿੱਚੋਂ ਆਪਾਂ ਮਾਈਨਸ ਕਰ ਦੇਣਾ ਨੰਬਰ ਨੂੰ ਕਿਹੜਾ, ਜਿਹੜੀ ਆਪਾਂ ਬੈਕ ਸਾਈਡ ਤੋਂ ਕਾਊਂਟਿੰਗ ਦੇਖਣੀ ਸੀਗੀ। ਜਿਵੇਂ ਹੁਣ ਮੈਂ ਐਗਜ਼ਾਮਪਲ ਦਿੱਤੀ ਤੁਹਾਨੂੰ, ਤਾਂ ਬੈਕ ਸਾਈਡ ਤੋਂ ਮੈਨੂੰ 7th ਪਲੇਸ ਤੋਂ ਨੰਬਰ ਚਾਹੀਦਾ ਸੀ, ਤਾਂ ਮੈਂ 10 ਦੇ ਵਿੱਚੋਂ 7 ਮਾਈਨਸ ਕੀਤਾ ਤੇ 1 ਉਹਦੇ ਵਿੱਚ ਐਡ ਕਰ ਦੇਣਾ। ਠੀਕ ਹੈ ਬੇਟਾ, ਤਾਂ ਆਪਣੇ ਕੋਲੇ ਉਹਦੀ ਸਟਾਰਟਿੰਗ ਤੋਂ ਕਾਊਂਟਿੰਗ ਪਤਾ ਲੱਗ ਜਾਏਗੀ, ਸਟਾਰਟਿੰਗ ਤੋਂ ਕਿੰਨੇ ਨੰਬਰ ਦੇ ਆ। ਤਾਂ ਇਹੀ ਚੀਜ਼ ਆਪਾਂ ਅਪਲਾਈ ਕਰਨੀ ਆਪਾਂ ਸਮ ਦੇ ਉੱਪਰ ਆਪਣੇ ਤੇ। ਤਾਂ ਕਿਵੇਂ ਕਰਾਂਗੇ ਦੇਖੋ, ਆਪਾਂ ਨੂੰ ਹੁਣ ਚਾਹੀਦਾ ਬੈਕ ਸਾਈਡ ਤੋਂ 20th ਨੰਬਰ, ਤਾਂ ਸਟਾਰਟਿੰਗ ਤੋਂ ਆਪਣੇ ਕੋਲ ਕਿਹੜਾ ਨੰਬਰ ਹੈ ਦੇਖੋ, ਟੋਟਲ ਟਰਮਸ ਕਿੰਨੀ ਆਪਣੇ ਕੋਲੇ, ਟੋਟਲ ਟਰਮ 51 ਆ, ਤਾਂ ਆਪਾਂ 51 ਚੋਂ 20 ਮਾਈਨਸ ਕਰਾਂਗੇ ਤੇ 1 ਐਡ ਕਰ ਦਾਂਗੇ ਤੇ ਆ ਜਾਏਗਾ 32nd ਨੰਬਰ। ਜਿਹੜਾ 32nd ਨੰਬਰ ਹੋਏਗਾ ਉਹ ਆਪਣਾ ਕੋਲ ਸਟਾਰਟਿੰਗ ਤੋਂ ਬੈਕ ਸਾਈਡ ਤੋਂ ਜਿਹੜਾ 20th ਨੰਬਰ ਹੋਏਗਾ ਉਹ ਸਟਾਰਟਿੰਗ ਤੋਂ 32nd ਟਰਮ ਹੋਏਗੀ। ਤੇ ਮਤਲਬ ਐਕਚੁਅਲੀ ਅਗਰ ਮੈਂ ਬੈਕ ਸਾਈਡ ਤੋਂ 20 ਟਰਮ ਕੱਢਣੀ ਆ ਤਾਂ ਮੈਂ ਸਟਾਰਟਿੰਗ ਤੋਂ 32nd ਟਰਮ ਕੱਢਦਾ। ਤਾਂ ਥੋੜਾ ਤਰੀਕਾ ਯਾਦ ਰੱਖਣਾ ਬਹੁਤ ਅੱਗੇ ਤੋਂ ਵੀ ਤੁਸੀਂ, ਇਹਦਾ ਮੈਥਡ ਕੀ ਆ। ਤਾਂ 32nd ਟਰਮ ਦਾ ਫਾਰਮੂਲਾ ਕੀ ਹੋਊਗਾ ਆਪਣੇ ਕੋਲੇ, a + 31d। a ਆਪਾਂ ਨੂੰ ਪਤਾ 3 ਆ, d ਆਪਾਂ ਨੂੰ ਪਤਾ 5 ਆ, ਤੈਨੂੰ ਕੈਲਕੂਲੇਟ ਕਰ ਲਓ ਤਾਂ ਆਪਣੇ ਕੋਲ ਇਹ ਆ ਜਾਏਗਾ 155 158 ਆ ਗਿਆ। ਤਾਂ ਆਪਾਂ ਕਹਿ ਸਕਦੇ ਹਾਂ ਕਿ 158 ਇਜ਼ ਦਾ 20th term from the last। ਕੁਝ ਡਾਊਟ ਲੱਗਾ ਤਾਂ ਉਹ ਤੋਂ ਪੁੱਛ ਲਓ ਮੈਨੂੰ ਇਹ ਸਮ ਦੇ ਵਿੱਚ। ਕਲੀਅਰ ਹੈ ਸਰ। ਠੀਕ ਹੈ ਬੇਟਾ, ਕਲੀਅਰ ਸਰ। ਓਕੇ, ਚਲ ਅੱਗੇ ਬੋਲੋ, ਹੋਰ ਸਮ ਕੋਈ ਪੁੱਛਣਾ ਸੀ ਤੁਸੀਂ। Sir, a question is Shobha Rao started work in 1995 at an annual salary of 5,000 and receive an increment of 200 rupees 200 each ਹਾਂਜੀ, year. ਠੀਕ ਹੈ ਬੇਟਾ। In which year did his income reach 7,000? ਸਿੰਪਲ ਹੈ, ਉਹ ਤਾਂ ਆਪਾਂ ਏਪੀ ਦੀ ਫਾਰਮ ਚ ਕਨਵਰਟ ਕਰ ਲਾਂ। ਦੇਖੋ 5000 ਉਹਦੀ 1995 ਸੈਲਰੀ ਸੀ ਹੈ ਨਾ, 1995 ਚ ਉਹਦੀ 5000 ਸੈਲਰੀ ਸੀ। ਕਹਿੰਦਾ ਕਿਹੜੇ ਸਾਲ ਚ ਆ ਕੇ ਉਹਦੀ ਸੈਲਰੀ 7000 ਹੋ ਜਾਏਗੀ। ਤੈਨੂੰ ਹਰੇਕ ਸਾਲ ਬਾਅਦ 200 ਰੁਪਏ ਦਾ ਇੰਕਰੀਮੈਂਟ ਮਿਲਦਾ, ਮਤਲਬ ਅਗਲੇ ਸਾਲ ਉਹਨੂੰ 96 ਦੇ ਵਿੱਚ ਉਹਨੂੰ 5200 ਇਨਕਮ ਮਿਲੇਗੀ, 97 ਦੇ ਵਿੱਚ ਉਹਨੂੰ 5400 ਇਨਕਮ ਮਿਲੇਗੀ। ਇਸ ਤਰ੍ਹਾਂ ਕਰਦੇ ਕਰਦੇ ਹੌਲੀ ਹੌਲੀ ਉਹਦੀ ਇਨਕਮ 7000 ਹੋ ਗਈ। ਤੇ ਦੱਸੋ ਕਿੰਨੇ ਸਾਲ ਬਾਅਦ ਉਹਦੀ ਇਨਕਮ 7000 ਹੋ ਜਾਏਗੀ। ਠੀਕ ਹੈ, ਕੁਐਸਚਨ ਆਪਣੇ ਵਾਸਤੇ। ਤਾਂ ਸਿੰਪਲ ਦੇਖੋ ਏਪੀ ਬਣ ਰਹੀ ਹੈ, ਉਹ ਦੇਖੋ ਇਹ 200 ਦਾ ਡਿਫਰੈਂਸ ਚੱਲ ਰਿਹਾ, ਏਪੀ ਆ। ਤਾਂ ਆਪਾਂ ਨੂੰ ਲਾਸਟ ਟਰਮ ਪਤਾ an ਜਿਹਨੂੰ ਆਪਾਂ ਕਹਿੰਦੇ ਹੁੰਦੇ ਆ, ਤਾਂ ਆਪਾਂ ਨੂੰ anth ਪਤਾ, nth ਟਰਮ ਪਤਾ, ਪਰ ਇਹ ਨਹੀਂ ਪਤਾ ਕਿੰਨੇ ਸਾਲ ਬਾਅਦ ਹੋ ਜਾਏਗੀ ਉਹਦੀ ਵੈਲਿਊ। n ਨਹੀਂ ਪਤਾ, a ਪਤਾ 5000 ਆ, ਕਾਮਨ ਡਿਫਰੈਂਸ ਪਤਾ 200 ਆ। ਤਾਂ ਇੱਥੋਂ ਆਪਣੇ ਕੋਲ an ਦਾ ਰਿਲੇਸ਼ਨ ਯੂਜ਼ ਕਰਕੇ ਆਪਾਂ nth ਟਰਮ ਫਾਰਮੂਲਾ ਯੂਜ਼ ਕਰਕੇ we can find out the value of the n। ਜਿੰਨੇ ਸਾਲ ਵੀ ਆ ਗਏ, ਚਲੋ 11-12 ਸਾਲ ਜੋ ਵੀ ਆਊਗਾ ਉਹ 95 ਦੇ ਚ ਐਡ ਕਰ ਦਿਓ, ਤਾਂ ਉਸ ਸਾਲ ਬਾਅਦ ਉਹਦੀ ਇਨਕਮ ਹੈ ਜਿਹੜੀ ਉਹ 7000 ਰੁਪੀਸ ਹੋ ਜਾਏਗੀ। Okay, sir. ਹੋਰ ਬੋਲੋ ਕੋਈ। Sir remarkably saved rupees 5 in the first week of the year. Then he increased her week by savings by rupees 1.75. If the nth week likhe sir, nth week her weekly saving become 20 rupees 0.75. Find n। ਠੀਕ ਹੈ, ਫਸਟ ਵੀਕ 5 ਰੁਪਏ ਸੇਵਿੰਗ ਸੀ ਉਹਦੀ ਹੈ ਨਾ। ਹਾਂਜੀ ਸਰ। ਇਸ ਤਰ੍ਹਾਂ ਕਰਦੇ ਕਰਦੇ ਉਹਨੇ 20.75 ਰੁਪੀਸ ਆਪਦੇ ਬਚਾਉਣ ਲੱਗ ਗਈ ਉਹ। ਤਾਂ ਉਹਨੇ ਸੋਚਿਆ ਕਿ ਮੈਂ ਪਹਿਲੇ ਵੀਕ 5 ਰੁਪਏ ਬਚਾਉਂਗੀ, ਤਾਂ ਹਰੇਕ ਵੀਕ ਉਦੋਂ ਬਾਅਦ ਮੇਰੀ ਸੇਵਿੰਗ ਵਧਾ ਦਿਆ ਕਰੂੰਗੀ। ਆਪਦੀ ਕਿੰਨੀ ਵਧਾਉਂਗੀ ਮੈਂ 1.75 ਰੁਪੀਸ ਇਨਕਰੀਜ਼ ਕਰ ਦੂੰਗਾ ਆਪਦੀ ਇਨਕਮ ਸੇਵਿੰਗ। ਤਾਂ 5 ਤੋਂ ਆਪਾਂ 1.75 ਇਨਕਰੀਜ਼ ਕਰਾਂਗੇ ਤਾਂ 6.75 ਆ ਜਾਊ। ਇਸ ਤੋਂ ਬਾਅਦ ਫਿਰ 1.75 ਆਪਾਂ ਇਨਕਰੀਜ਼ ਕਰਾਂਗੇ ਤੇ ਆ ਜਾਏਗਾ 8.50 ਆ ਜਾਏਗਾ। ਇਸ ਤਰ੍ਹਾਂ ਉਹ ਆਪਦੀ ਸੇਵਿੰਗ ਇਨਕਰੀਜ਼ ਕਰਦੀ ਪਈ ਆ। ਤਾਂ ਕਿਹੜੇ ਸਾਲ ਦੇ ਚ ਆ ਕੇ, ਨਹੀਂ ਕਿਹੜੇ ਵੀਕ ਚ ਆ ਕੇ ਉਹਦੀ ਜਿਹੜੀ ਸੇਵਿੰਗ ਆ 20.75 ਹੋ ਜਾਏਗੀ। ਬਟ ਉਹ ਸਮ ਬੇਟਾ ਨਾਲ ਦਾ ਹੀ ਹੈ ਬੇਟਾ, ਉਹਦੇ ਨਾਲ ਦਾ ਹੀ ਆ ਜਿਹੜਾ ਆਪਾਂ ਪਰਲੇ ਪਾਸੇ ਕੀਤਾ। ਓਕੇ ਸਰ। ਤਾਂ ਬਿਲਕੁਲ ਸੇਮ ਹੀ ਆ। ਹਾਂਜੀ, nth ਟਰਮ ਆਪਾਂ ਨੂੰ ਪਤਾ 20.75 ਆ,
फस्ट टर्म ਆਪਾਂ ਨੂੰ ਪਤਾ 5 ਆ, ਕਾਮਨ ਡਿਫਰੈਂਸ ਇਜ਼ 1.75 ਆ ਜਾਏਗਾ। ਤਾਂ ਉਹਨੂੰ ਸੋਲਵ ਕਰਕੇ ਬੇਟਾ ਆਪਣੇ ਕੋਲ n ਆ ਜਾਏਗੀ। ਠੀਕ ਹੈ, आफ्टर हाउ मैनी वीक्स हिज सेविंग बिकम 20.75 रुपीज। तो अपने को वीक पता लग जाएंगे। ठीक है, किन्ने वीक बाद ਉਹਦੀ सेविंग ਇੰਨੀ बन जाएगी। तो n ਦੀ वैल्यू अपने आंसर आ जाएगा। और पुत बस सर जी एक्सरसाइज ਸਾਡੇ ਵੱਲੋਂ ਤਾਂ ਪੂਰੀ ਹੋ ਗਈ ਆ। ਸਾਡੇ ਲਾਸਟ 3 ਕੁਐਸਚਨਸ ਰਹਿੰਦੇ। ਕੋਈ ਗੱਲ ਨਹੀਂ, ਕੁਝ ਡਾਊਟ ਰਹਿ ਗਿਆ ਤਾਂ ਕੱਲ ਪੁੱਛ ਲਓ। ਇੱਕ ਵਾਰੀ ਮੈਂ ਤੁਹਾਡੀ ਨਿਊ ਐਕਸਰਸਾਈਜ਼ ਸਟਾਰਟ ਕਰਵਾ ਦੇਣਾ ਅੱਜ 5.3 ਆ। ਓਕੇ ਸਰ। ਇਹਦੇ ਬੇਸਿਕ ਸਮਝ ਲਓ, ਸਮ ਸਟਾਰਟ ਕਰ ਲਿਓ। ਅੱਜ ਪ੍ਰੋਬਲਮਸ ਆਪਾਂ ਕੱਲ ਕਰਾਂਗੇ ਇਹਦੀਆਂ। ਤੇ ਤਾਂ ਇਹ ਜਿਹੜੀ ਆਪਣੀ ਐਕਸਰਸਾਈਜ਼ ਸੀ, ਇਹਦੇ ਚ ਆਪਾਂ ਦੇਖੋ ਰੈਂਡਮਲੀ ਟਰਮ ਫਾਈਂਡ ਆਊਟ ਕੀਤੀ ਸੀਗੀ। ਜਿਵੇਂ ਕੋਈ ਵੀ ਏਪੀ ਗਿਵਨ ਆਪਾਂ ਨੂੰ, ਇਹ ਆਪਾਂ ਸਟਾਰਟਿੰਗ ਕਰਦੇ ਹਾਂ 12 ਤੋਂ। ਆ ਆਪਣੇ ਕੋਲ ਇੱਕ ਏਪੀ ਆ, ਹੈਨਾ। ਇਸ ਤਰ੍ਹਾਂ ਆਪਾਂ ਨੂੰ ਕਹਿੰਦੇ ਸੀ ਫਾਈਂਡ ਦਾ 20th ਟਰਮ ਜਾਂ ਫਾਈਂਡ ਦਾ 30th ਟਰਮ ਜਾਂ ਫਾਈਂਡ ਦਾ 45th ਟਰਮ, ਹੈ ਨਾ। ਤਾਂ ਆਪਾਂ nth ਟਰਮ ਰਿਲੇਸ਼ਨ ਯੂਜ਼ ਕਰਦੇ ਸੀਗੇ। ਤਾਂ ਆਪਣੇ ਕੋਲੇ ਕਿ ਉਹ ਟਰਮ ਦੀ ਵੈਲਿਊ ਆ ਜਾਂਦੀ ਸੀਗੀ। ਠੀਕ ਹੈ, ਪਰ ਅਗਰ ਆਪਾਂ ਨੂੰ ਹੁਣ ਇਹਨਾਂ ਟਰਮਾਂ ਦਾ ਸਮ ਚਾਹੀਦਾ, ਅਗਰ ਮੈਂ ਦੇਖੋ ਇਸ ਤਰ੍ਹਾਂ ਏਪੀ ਚੱਲਦੀ ਪਈ ਹੈ, ਮੈਂ ਪਹਿਲੀਆਂ 10 ਟਰਮਾਂ ਨੂੰ ਐਡ ਕਰਕੇ ਦੱਸਣਾ ਹੋਵੇ ਕਿੰਨਾ ਆ ਰਿਹਾ, ਤਾਂ ਉਹਦੇ ਵਾਸਤੇ ਆਪਣੇ ਕੋਲ ਫਾਰਮੂਲਾ ਜਿਹੜਾ ਸਮ ਆਫ ਏਪੀ, ਜਿਹੜੀ ਐਕਸਰਸਾਈਜ਼ ਅਗਲੇ ਆਪਣੀ ਉਹ ਕਰਨ ਲੱਗੇ ਆ, ਇਹ ਕਾਹਦੇ ਬਾਰੇ ਆ? ਸਮ ਆਫ ਏਪੀ ਬਾਰੇ ਆ। ਸਮ ਆਫ n ਟਰਮ ਆਫ ਏਪੀ, ਕਿਸੇ ਵੀ ਏਪੀ ਦੀਆਂ n ਟਰਮਾਂ ਨੂੰ ਅਗਰ ਆਪਾਂ ਐਡ ਕਰਨਾ, ਠੀਕ ਹੈ, ਐਡ ਕਰਨਾ ਮਤਲਬ ਸਾਰੀਆਂ ਟਰਮਾਂ ਆਪਾਂ ਐਡ ਕਰਨੀਆਂ 1 ਸਟਾਰਟਿੰਗ ਤੋਂ ਲੈ ਕੇ ਜਿੰਨੇ ਤੱਕ ਆਪਾਂ ਨੂੰ ਕਿਹਾ ਵਾ। ਜਿਵੇਂ n ਦੀ ਵੈਲਿਊ ਆਪਾਂ 10 ਲੈ ਲਾਂਗੇ, ਇਹਦਾ ਮਤਲਬ ਕੀ ਹੋਏਗਾ ਕਿ ਆਪਾਂ ਪਹਿਲੀਆਂ 10 ਟਰਮਾਂ ਨੂੰ, ਠੀਕ ਹੈ, ਆਪਾਂ ਐਡ ਕਰ ਲੈਣਾ। ਤੇ ਜੋ ਆਂਸਰ ਆਏਗਾ ਆਪਣੇ ਕੋਲੇ ਸਮ ਦਾ, ਉਹ ਕੀ ਆਏਗਾ? ਉਹਨਾਂ ਟਰਮਾਂ ਦਾ ਸਮਿਸ਼ਨ ਆ ਜਾਏਗਾ, ਸਮ ਆ ਜਾਏਗਾ, ਜਿੰਨੇ ਵੀ ਆਪਾਂ ਨੂੰ ਟਰਮਸ ਕਹਿ ਰਹੇ ਹੋ। ਤਾਂ ਆਪਾਂ ਨੂੰ ਹੁਣ ਫਾਈਂਡ ਆਊਟ ਕਰਨ ਨੂੰ ਕਿਹਾ ਵਾ ਸਮ ਆਫ ਫਸਟ 10 ਟਰਮਸ। ਤਾਂ ਮੈਥਡ ਉਹੀ ਪੁੱਤ ਆਪਣੇ ਵਾਸਤੇ। ਸਭ ਤੋਂ ਪਹਿਲਾਂ ਆਪਾਂ ਨੂੰ A ਪਤਾ ਹੋਣਾ ਚਾਹੀਦਾ, ਕਾਮਨ ਡਿਫਰੈਂਸ ਪਤਾ ਹੋਣਾ ਚਾਹੀਦਾ, 5 ਦਾ ਚੱਲਦਾ ਪਿਆ, 2 ਚੀਜ਼ਾਂ ਆਪਾਂ ਨੂੰ ਪਤਾ। ਤੇ ਉਸ ਤੋਂ ਬਾਅਦ ਅਗਰ ਆਪਾਂ ਸਮ ਦਾ ਫਾਰਮੂਲਾ ਜ਼ਰੂਰ ਯਾਦ ਕਰ ਲਿਓ ਪੁੱਤ ਇੱਕ, ਜਿਵੇਂ ਆਪਾਂ nth ਟਰਮ ਦਾ ਫਾਰਮੂਲਾ ਯਾਦ ਕੀਤਾ ਸੀ, ਉਸੇ ਤਰ੍ਹਾਂ ਹੀ ਸਮ ਦਾ ਫਾਰਮੂਲਾ SN ਬੋਲਦੇ ਨੂੰ ਆਪਾਂ। nth ਟਰਮ ਨੂੰ ਆਪਾਂ AN ਬੋਲਿਆ ਸੀ, ਸਮ ਨੂੰ ਆਪਾਂ SN ਬੋਲਾਂਗੇ। ਤਾਂ ਸਮ ਆਫ n ਟਰਮਸ ਇਜ਼ ਇਕੁਅਲ ਟੂ n/2 ਬ੍ਰੈਕਟ 2a plus n minus 1 into d। ਤਾਂ ਬ੍ਰੈਕਟ 'ਚ ਲਗਭਗ ਫਾਰਮੂਲਾ ਸੇਮ ਹੀ ਹੈ, nth ਟਰਮ ਵਾਲਾ ਹੀ ਆ, ਬਸ a ਦੀ ਜਗ੍ਹਾ ਤੇ 2a ਆ ਰਿਹਾ, ਤੇ ਬਾਹਰ ਮਲਟੀਪਲਾਈ ਵਿਦ n/2 ਆ ਜਾਏਗਾ ਇਸ ਫਾਰਮੂਲੇ ਦੇ ਵਿੱਚ। ਠੀਕ ਹੈ, ਟਰਮ ਇਹਦਾ ਕੋਈ ਐਕਸਟਰਾ ਨਹੀਂ, ਇਹ ਟਰਮਾਂ ਸੇਮ ਹੀ ਹੈ ਸਾਰੀਆਂ। ਦਾ a is the first term, d is the common difference and n is the number of terms। ਕਿਹੜੀਆਂ ਨੰਬਰ ਆਫ ਟਰਮਸ? ਜਿੰਨੀਆਂ ਆਪਾਂ ਨੰਬਰ ਆਫ ਟਰਮਸ ਦਾ ਸਮ ਕਰਨਾ ਵਾ। ਜੇ ਆਪਾਂ 10 ਟਰਮਾਂ ਦਾ ਸਮ ਕਰਨਾ ਤਾਂ n ਦੀ ਵੈਲਿਊ 10 ਭਰ ਦਾਂਗੇ। ਅਗਰ ਆਪਾਂ 20 ਟਰਮਸ ਦਾ ਸਮ ਕਰਨਾ ਤਾਂ n ਦੀ ਵੈਲਿਊ ਆਪਾਂ 20 ਪੁੱਟ ਕਰ ਦਾਂਗੇ। ਠੀਕ ਹੈ ਪੁੱਤਰ? ਓਕੇ ਸਰ। ਓਕੇ ਸਰ। ਠੀਕ ਹੈ, ਤਾਂ ਇਹਦੇ ਵਿੱਚ ਹੁਣ ਇੱਕ ਚੀਜ਼ ਦਾ ਹੋਰ ਧਿਆਨ ਰੱਖਿਓ ਕਿ ਆਪਾਂ ਨੂੰ ਚਾਹੀਦਾ ਕੀ ਹੈ। ਦੇਖੋ ਇਹ ਫਾਰਮੂਲੇ ਵਾਸਤੇ A ਤੇ D ਤੇ ਨੰਬਰ ਆਫ ਟਰਮਸ। ਠੀਕ ਹੈ, ਤਾਂ ਇੱਥੇ ਤਾਂ ਆਪਾਂ ਸਿੱਧਾ ਡਾਇਰੈਕਟਲੀ ਲਾ ਸਕਦੇ ਹਾਂ ਫਾਰਮੂਲਾ। ਜੇ ਆਪਾਂ 10 ਟਰਮਸ ਦਾ ਸਮ ਕੱਢਣਾ, ਆਪਾਂ S10। ਹੁਣ ਦੇਖੋ S10 ਦਾ ਮਤਲਬ ਤੇ A10 ਦਾ ਮਤਲਬ ਦਾ ਫਰਕ ਸਮਝਣਾ ਕੀ ਆ। A ਟਰਮ ਕੀ ਹੈ? A10 ਕੀ ਹੈ ਬੇਟਾ ਦੱਸੋ ਮੈਨੂੰ? A10 ਇਹਦਾ ਮਤਲਬ ਕੀ ਆ? ਬੋਲੋ ਪਤਾ। A10 ਕੀ ਆ? ਸਰ AP ਦੀ 10th ਟਰਮ। AP ਦੀ 10th ਟਰਮ। ਇਹ ਤਾਂ AP ਦੀ 10th ਟਰਮ ਦੀ ਵੈਲਿਊ ਆ ਜੋ ਵੀ ਹੋਏਗੀ, ਹੈ ਨਾ। S10 ਕੀ ਆ? S10 ਇਹਦਾ, ਹਾਂ ਬੋਲੋ ਸਰ ਸਮ ਆਫ ਫਸਟ 10। ਹਾਂਜੀ ਬੇਟਾ, ਸਮ ਆਫ ਦਾ ਫਸਟ 10 ਟਰਮਸ ਆਫ ਦਾ AP। ਪਹਿਲੀਆਂ 10 ਟਰਮਾਂ ਦਾ ਸਮ ਦਾ ਆਂਸਰ ਦੇਗਾ ਆਪਾਂ ਨੂੰ ਇਹ ਫਾਰਮੂਲਾ। ਇਹ ਫਾਰਮੂਲਾ ਆਪਾਂ ਨੂੰ ਕੀ ਦੇਗਾ? 10ਵੀਂ ਟਰਮ ਦੀ ਵੈਲਿਊ ਸਿਰਫ। ਤਾਂ ਆਪਾਂ ਨੂੰ ਹੁਣ ਸਮ ਚਾਹੀਦਾ 10 ਟਰਮਾਂ ਦਾ, ਤਾਂ ਆਪਾਂ ਇੱਥੇ ਫਾਰਮੂਲਾ ਯੂਜ਼ ਕਰਾਂਗੇ n/2 2 into a। ਇਸ AP ਦੇ ਅਕੋਰਡਿੰਗ a ਆਪਣੇ ਕੋਲੇ 12 ਬਣਦੀ ਪਈ ਆ। n minus 1 10 minus 1 into common difference is 5। ਬਸ ਥੋੜੀਆਂ ਸਿੰਪਲ ਜਿਹੀਆਂ ਕੈਲਕੂਲੇਸ਼ਨਸ ਕਰਾਂਗੇ ਆਪਾਂ, ਆਂਸਰ ਆਪਾਂ ਨੂੰ ਮਿਲ ਜਾਏਗਾ। ਇਹ ਬਣ ਜਾਏਗਾ 45। ਤਾਂ 5 into 69, 69 ਨੂੰ 5 ਨਾਲ ਮਲਟੀਪਲਾਈ ਕਰ ਦਿਓ ਤੇ ਆ ਜਾਏਗਾ 345। ਇੰਨੇ ਆਪਣੇ ਕੋਲ ਕੀ ਆ ਗਿਆ? ਸਮ ਆਫ ਦਾ ਫਸਟ 10 ਟਰਮਸ ਆਫ AP। AP ਦੀਆਂ ਪਹਿਲੀਆਂ 10 ਟਰਮਾਂ ਦਾ ਸਮ ਦਾ ਆਂਸਰ ਮਿਲ ਜਾਏਗਾ। ਬਟ ਬੇਟਾ ਇਹਦੇ ਚ 1-2 ਸਮ ਹੋਰ ਆਉਣਗੇ ਇਸ ਤਰ੍ਹਾਂ ਦੇ,
ठीक है, थोड़े पहले 3 पार्ट तुसीं करने सॉल्व अज घरे। ठीक है, जिहड़ा सैकेंड पार्ट आ ना ਉਹਦੇ ਵਿੱਚ ਕੀ ਗਿਵਨ ਆਪਾਂ ਨੂੰ AP ਗਿਵਨ ਆ ਇਸ ਤਰ੍ਹਾਂ ਦੀ, ਪਰ ਆਪਾਂ ਨੂੰ ਟਰਮਾਂ ਦੀ ਗਿਣਤੀ ਨਹੀਂ ਦਿੱਤੀ ਕਿੰਨੀਆਂ ਟਰਮਾਂ ਕਰਨਾ। ਇਸ ਤਰ੍ਹਾਂ ਆਪਾਂ ਨੂੰ ਇੱਕ ਟਰਮ ਦੇਤੀ ਲਾਸਟ ਵਾਲੀ, ਜਿਵੇਂ ਮੰਨ ਲਓ ਦੇਤੀ 322, ਇੱਕ ਟਰਮ ਆ 322, ਕਹਿੰਦੇ ਇਹ ਟਰਮਾਂ ਦਾ ਸਮ ਕਰੋ। ਤਾਂ ਇੱਥੇ ਆਪਾਂ ਨੂੰ ਕੀ ਪਤਾ ਨਹੀਂ, ਹੁਣ ਦੇਖੋ ਆਪਾਂ ਨੂੰ ਇਹ ਨਹੀਂ ਪਤਾ ਟਰਮਾਂ ਕਿੰਨੀਆਂ ਨੂੰ ਐਡ ਕਰਨਾ ਆਪਾਂ, ਕਿਉਂਕਿ ਆਪਾਂ ਨੂੰ ਇਹ ਨਹੀਂ ਪਤਾ ਹੁਣ 322 ਕਿਹੜੇ ਨੰਬਰ ਤੇ ਆ ਰਿਹਾ। ਆਪਾਂ ਨੂੰ ਇਹ ਨਹੀਂ कहता कि 10 ਟਰਮਾਂ ਦਾ ਸਮ ਕਰੋ, ਆਪਾਂ ਨੂੰ ਇਹ कहता कि ਜੋ AP ਦਿੱਤੀ ਆ ਇਹ ਸਾਰੀ AP ਦਾ ਸਮ ਕਰ ਦਿਓ। ਤਾਂ ਆਪਾਂ ਨੂੰ ਇੱਥੇ ਅਨਨੋਨ ਟਰਮ ਕੀ ਹੋ ਗਈ, ਆਪਾਂ ਨੂੰ ਇਹ ਨਹੀਂ ਪਤਾਗਾ ਕਿ ਆਪਾਂ ਕਿੰਨੀਆਂ ਟਰਮਾਂ ਦਾ ਸਮ ਕਰਨਾ ਵਾ। ਤਾਂ ਫਸਟ ਆਫ ਆਲ ਆਪਾਂ ਕੀ ਕਰਾਂਗੇ, ਵੀ ਕੈਲਕੂਲੇਟ ਦਾ ਨੰਬਰ ਆਫ ਟਰਮਸ ਬਾਈ ਯੂਜ਼ਿੰਗ ਦਾ nth ਟਰਮ ਫਾਰਮੂਲਾ। ਤਾਂ ਇਸ ਰਿਲੇਸ਼ਨ ਦੇ ਅਕੋਰਡਿੰਗ ਆਪਾਂ ਸਭ ਤੋਂ ਪਹਿਲਾਂ ਤਾਂ n ਨੰਬਰ ਆਫ ਟਰਮਸ ਦਾ ਆਪਾਂ ਸਮ ਫਾਈਂਡ ਆਊਟ ਕਰ ਲਾਂਗੇ, ਸੌਰੀ ਨੰਬਰ ਆਫ ਟਰਮਸ ਫਾਈਂਡ ਕਰਾਂਗੇ ਆਪਾਂ। ਤਾਂ ਉਹਦੇ ਲਈ ਆਪਾਂ ਨੂੰ ਲਾਸਟ ਟਰਮ ਪਤਾ ਵਾ 322, फर्स्ट टर्म 12 एंड n माइनस 1, n पता नहीं, पता आपको अननोन ही है। कॉमन डिफरेंस आप देख रहे हैं 5 का चल रहा, तो इन्हों सॉल्व करके अपने फर्स्ट ऑफ ऑल अपने आएगा है नंबर ऑफ टर्म्स आ जानी है 310 बाई 5 कर देंगे इक्वल टू n माइनस 1, ये डिवाइड हो गया 62, n माइनस 1, n इज 63। तो पता नंबर ऑफ टर्म्स पता लग गया हूँ किनिया नंबर ऑफ टर्म्स AP दियाँ 63 आ। हम आप रिलेशन यूज कर सकते हैं सम वाला, की रिलेशन आ n/2, क्योंकि अपन n पता चल चुके ना हम, तो रिलेशन आप यूज कर लेंगे n/2 2a प्लस n माइनस 1 इंटू d। पर एक रिलेशन थोड़ा सिंपल हो रहा, तो एक ये भी याद रख लियो, पर ये ऑलवेज नहीं अप्लाई होंदा, ये कदे कदे अप्लाई होंदा। कदों होंदा, जो अपन लास्ट टर्म की वैल्यू पता। हम जिवें इत्थे अप्लाई हो सकता है फार्मूला आला सम का फार्मूला इस AP च फाइंड आउट हो सकता, क्योंकि आपां नूं लास्ट टर्म की वैल्यू पता कितनी आ 322। ठीक है, तो इस रिलेशन अगर आप वरतना आंसर दोवां नाल सेम ही है, बस ये रिलेशन उदों ही एप्लीकेबल है जां उदों ही यूजफुल आ अगर आपां नूं AP की लास्ट टर्म की वैल्यू पता, जितों तक आपां सम फाइंड आउट करना वा। तो हुण आपां L की वैल्यू इत्थे 322 पुट कर देंगे, A की वैल्यू अपने कोल 12 नंबर ऑफ टर्म्स आप फाइंड आउट कर चुके हैं। L कादे लिए स्टैंड करती है, L कादे लिए स्टैंड करती है सर? L पुत लास्ट टर्म, जिवें AP तुसीं देख रहे हो ना 322, तो 322 इज द लास्ट टर्म ऑफ AP अप टू विच द वी हैव टू फाइंड द सम ऑफ AP। तो इहदी आप L की वैल्यू 322 भर देनी है लास्ट टर्म की। A ते अपन n पता ही आ, ये फार्मूले च अपन D की लोड़ नहीं पैंदी। ठीक है, ध्यान रखियो इस फार्मूले च अपन कॉमन डिफरेंस की लोड़ नहीं पैंदी, फर्स्ट टर्म ते बिल्कुल लास्ट टर्म की वैल्यू की लोड़ आ, ते एक नंबर ऑफ टर्म्स की लोड़ आ। ते तुसीं अकॉर्डिंग टू देखना किस तरह का सम आ, जो गिवन वैल्यू ਉਹਦੇ अकॉर्डिंग तुसीं अप्लाई करना, ऊपर वाला लाना कि नीचे वाला लाना। तो कल बेटा तुसीं एक तां तुसीं ਜਿਹੜੇ अगर पिछली एक्सरसाइज का कोई रहिंदा सम ਤਾਂ ਉਹ ਜ਼ਰੂਰ ਨਿਬੇੜ ਲਿਓ, ਤੇ प्लस सम वाली एक्सरसाइज ਦੇ फर्स्ट 3 पार्ट्स आ। ठीक है, पहला दूजा तीजा पार्ट ਉਹਦੇ कुछ सम होणगे गा के, ਤੇ ਉਹ ਤੁਸੀਂ ट्राई करके आने। ठीक है, तो जे मान लो किसी की क्लास स्किप हुई अज